ਕੁੜੀ ਨੂੰ ਇੰਗਲੈਂਡ 'ਚ ਟੈਕਸੀ ਚਲਾਉਂਦਿਆਂ 4 ਸਾਲ ਹੋ ਗਏ ਸੀ। ਜਿਨ੍ਹਾਂ ਕੋਲ ਆਈ ਸੀ ਉਹਨਾਂ ਧੱਕੇ ਮਾਰ ਕੇ ਘਰੋਂ ਕੱਢਿਆ ਸੀ। ਇਹ ਸਮਝਿਆ ਸੀ ਇਹਨੂੰ ਤੇ ਕਿਸੇ ਰੱਖਣਾ ਕੋਨੀ, ਦੁਬਾਰਾ ਵਾਪਸ ਆਵੇਗੀ, ਆ ਕੇ ਸਾਡੀਆਂ ਮਿੰਨਤਾਂ ਕਰੇਗੀ। ਜਿਸ ਵੇਲੇ ਉਹ ਵਾਪਸ ਕੋਨੀ ਆਈ, ਪੂਰਾ ਮਹੀਨਾ ਇੰਤਜ਼ਾਰ ਕੀਤਾ ਨੇ। ਉਸ ਤੋਂ ਬਾਅਦ ਉਹਦੇ ਮਾਪਿਓ ਨੂੰ ਕਾਲ ਕੀਤੀ ਨੇ, ਜਿਹੜਾ ਅਸਾਂ ਤੁਹਾਡੇ ਤੇ ਪੈਸਾ ਲਾਇਆ ਉਹ ਤੇ ਸਾਨੂੰ ਵਾਪਸ ਕਰੋ। ਉਹਨਾਂ ਆਖਿਆ ਸਾਡੇ ਕੋਲ ਤੇ ਫਿਲਹਾਲ ਕੋਨੀ, ਅਸੀਂ ਕੁੜੀ ਨਾਲ ਗੱਲ ਕਰਨੇ ਆ। ਕੁੜੀ ਨਾਲ ਗੱਲ ਕੀਤੀ ਤੇ ਉਹਨੇ ਆਖਿਆ ਥੋੜਾ ਜਿਹਾ ਇਹਨਾਂ ਕੋਲੋਂ ਟਾਈਮ ਲੈ ਲਓ ਤੇ ਪੈਸੇ ਮੈਂ ਇਹਨਾਂ ਨੂੰ ਦੇ ਦਿਆਂਗੀ। ਪਹਿਲਾਂ ਤੇ ਉਹ ਟਾਈਮ ਦੇਣ ਨੂੰ ਰਾਜ਼ੀ ਕੋਈ ਨਹੀਂ ਸੀ, ਆਖਰਕਾਰ ਮਜਬੂਰ ਹੋ ਕੇ ਉਹਨਾਂ ਟਾਈਮ ਦੇ ਦਿੱਤਾ। ਕੁੜੀ ਨੇ ਤੇ ਆਪਣਾ ਟੈਕਸੀ ਲਾਇਸੈਂਸ ਕਰ ਲਿਆ। ਉਹਨਾਂ ਨੂੰ ਤੇ ਪਤਾ ਹੀ ਕੋਈ ਨਹੀਂ ਸੀ ਕਿ ਇਹ ਵੀ ਲਾਇਸੈਂਸ ਕਰਕੇ ਤੇ ਟੈਕਸੀ ਚਲਾਉਣ ਲੱਗ ਪਵੇਗੀ, ਚੰਗੇ ਭਲੇ ਪੈਸੇ ਕਮਾਏਗੀ। ਕਹਿੰਦੇ ਮੈਂ ਟੈਕਸੀ ਚਲਾਉਣ ਲੱਗ ਪਈ ਤੇ ਉਹ ਆਪੂ ਜਿਹੜੇ ਨੇ ਮੇਰੇ ਸਾਹਵਰੇ ਉਹ ਕਿਰਾਏ ਦੇ ਮਕਾਨ 'ਚ ਰਹਿੰਦੇ ਸੀ। ਮੈਂ ਇਸ ਤਰ੍ਹਾਂ ਦੀ ਮਿਹਨਤ ਕੀਤੀ ਕਿ ਮੈਂ ਚੰਗਾ ਭਲਾ ਪੈਸਾ ਇਕੱਠਾ ਕਰ ਲਿਆ ਸੀ। ਰਾਤ ਦੇ ਟਾਈਮ ਤੇ ਮੈਂ ਟੈਕਸੀ ਚਲਾਉਣ ਲੱਗੀ ਸੀ ਤੇ ਇੱਕ ਦੇਸੀ ਫੈਮਿਲੀ ਮੇਰੀ ਗੱਡੀ 'ਚ ਆ ਬੈਠੀ ਤੇ ਮੇਰੇ ਨਾਲ ਗੱਲਾਂ ਕਰਨ ਲੱਗ ਪਏ। ਮੈਨੂੰ ਆਂਦੇ ਨੇ ਕਿ ਰਾਤ ਦੇ ਟਾਈਮ ਤੇ ਤੂੰ ਟੈਕਸੀ ਚਲਾਨੀ ਹੈ, ਤੈਨੂੰ ਡਰ ਨਹੀਂ ਲੱਗਦਾ? ਉਹਨੇ ਆਖਿਆ ਡਰ ਵਾਲੀ ਕਿਹੜੀ ਗੱਲ ਹੈ, ਇੰਗਲੈਂਡ 'ਚ ਬਹੁਤ ਜ਼ਿਆਦਾ ਸੇਫਟੀ ਹੈ, ਕੋਈ ਕਿਸੇ ਨੂੰ ਤੰਗ ਨਹੀਂ ਕਰਦਾ, ਜਿਹੜੀ ਸਵਾਰੀ ਬਹਿੰਦੀ ਹੈ ਉਹ ਬੜੀ ਇੱਜ਼ਤ ਕਰਦੀ ਹੈ ਮੇਰੀ। ਕਹਿੰਦੇ ਵਾਕਈ ਜਿਹੜਾ ਇੱਥੇ ਬਹੁਤ ਇੱਜ਼ਤ ਮਿਲਦੀ ਹੈ। ਉਹਨਾਂ ਮੈਨੂੰ ਦੱਸਿਆ ਕਿ ਅਸੀਂ ਪਾਕਿਸਤਾਨ ਜਾ ਰਹੇ ਹਾਂ। ਕਹਿੰਦੇ ਜਿਸ ਵੇਲੇ ਏਅਰਪੋਰਟ ਤੇ ਪਹੁੰਚੇ ਆ, ਮੇਰੇ ਕੋਲੋਂ ਨੰਬਰ ਲਿਆ ਨੇ, ਮੈਂ ਵੀ ਅੱਗੋਂ ਉਹਨਾਂ ਦਾ ਨੰਬਰ ਲੈ ਲਿਆ। ਪਾਕਿਸਤਾਨ ਨੂੰ ਜਿਸ ਵੇਲੇ ਅਸੀਂ ਆਉਣਾ ਆ, ਕੋਈ ਚੀਜ਼ ਮੰਗਾਣੀ ਹੋਈ ਤੇ ਮੈਨੂੰ ਦੱਸਿਓ। ਕਹਿੰਦਾ ਜਿਸ ਵੇਲੇ ਉਹ ਪਾਕਿਸਤਾਨ ਟੁਰ ਗਏ ਤੇ ਮੈਂ ਤੇ ਜ਼ਹਿਨ 'ਚੋਂ ਕੱਢ ਦਿੱਤਿਆ ਸੀ, ਰੋਜ਼ ਨਵੀਆਂ ਸਵਾਰੀਆਂ ਮਿਲਦੀਆਂ ਸੀ। ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਅਸੀਂ ਫਲਾਣੀ ਤਰੀਕ ਵਾਪਸ ਆ ਰਹੇ ਹਾਂ, ਕੋਈ ਚੀਜ਼ ਮੰਗਾਣੀ ਹੈ ਤੇ ਦੱਸੋ। ਕਹਿੰਦਾ ਮੈਂ ਕਿਹਾ ਅੱਛਾ ਮੈਂ ਅੰਮੀ ਕੋਲੋਂ ਪੁੱਛਾਂਗੀ। ਕਹਿੰਦੇ ਜਿਸ ਵੇਲੇ ਅੰਮੀ ਕੋਲੋਂ ਪੁੱਛਿਆ, ਉਹਨਾਂ ਆਖਿਆ ਅਸੀਂ ਕੋਈ ਕੱਪੜੇ ਦੇ ਕੇ ਟੋਰਨੇ ਤੇਰੇ ਵਾਸਤੇ। ਕਹਿੰਦਾ ਉਹਨਾਂ ਨੂੰ ਆਖਿਆ ਕਿ ਚਲੋ ਅਸੀਂ ਦੇਣ ਆ ਜਾਓ। ਉਹਨਾਂ ਆਖਿਆ ਨਹੀਂ ਅਸੀਂ ਤੁਹਾਡੇ ਘਰ ਆ ਜਾਂਦੇ ਹਾਂ। ਕਹਿੰਦਾ ਜਿਸ ਵੇਲੇ ਉਹ ਸਾਡੇ ਘਰ ਆਏ ਨੇ ਤੇ ਕਾਰ ਵਿੱਚ ਆਏ ਨੇ, ਚੰਗਾ ਸਮਾਨ ਸ਼ਾਨ ਲੈ ਕੇ ਆਏ ਨੇ, ਫਰੂਟ ਵਗੈਰਾ ਮਠਿਆਈ ਵਗੈਰਾ ਲੈ ਕੇ ਆਏ ਨੇ। ਫਿਰ ਅੰਮੀ ਰਾ ਵੀ ਰੋਟੀ ਸ਼ੋਟੀ ਠੀਕ ਬਣਾਈ। ਮੈਂ ਉਹਨਾਂ ਨੂੰ ਆਖਿਆ ਸੀ ਕਿ ਚੰਗੀ ਦਾਵਤ ਉਹਨਾਂ ਦੀ ਕਰਿਓ। ਕਹਿੰਦਾ ਉਹਨਾਂ ਚੰਗਾ ਭਲਾ ਖਾਣਾ ਛਾਣਾ ਬਣਾਇਆ, ਖਾਧਾ ਸ਼ਾਦਾ ਨੇ ਤੇ ਬੜੀ ਆਪੇ ਜਿਹੜਾ ਗੱਲਬਾਤ ਹੋਈ ਤੇ ਅੰਮੀ ਰੀ ਆਖਦੇ ਨੇ ਕਿ ਬੜੇ ਹੀ ਅੱਛੇ ਬੰਦੇ ਨੇ, ਬਹੁਤ ਪਿਆਰੇ ਬੰਦੇ ਨੇ। ਕਹਿੰਦਾ ਜਿਸ ਵੇਲੇ ਉਹ ਵਾਪਸ ਆ ਗਏ ਨੇ, ਆ ਕੇ ਫਿਰ ਮੈਨੂੰ ਕਾਲ ਕੀਤੀ ਨੇ ਕਿ ਇਸ ਤਰ੍ਹਾਂ ਅਸਾਂ ਤੁਹਾਡੇ ਕੱਪੜੇ ਲੈਣ ਦੇਣ ਤੇ ਚੱਕਰ ਲਾ ਕੇ ਤੇ ਆਪਣੇ ਕੱਪੜੇ ਲੈ ਲਵਿਓ। ਕਹਿੰਦਾ ਮੈਂ ਜਿਸ ਸ਼ਾਮਾਂ ਦੇ ਟਾਈਮ ਤੇ ਕਾਲ ਕੀਤੀ, ਉਹਨਾਂ ਕਿਹਾ ਠੀਕ ਹੈ ਆ ਜਾਓ ਘਰ। ਜਿਸ ਵੇਲੇ ਮੈਂ ਘਰ ਗਈ ਤੇ ਉੱਥੇ ਬਹਿ ਕੇ ਗੱਲਬਾਤ ਹੋਣ ਲੱਗ ਪਈ ਤੇ ਬਹੁਤ ਜ਼ਿਆਦਾ ਸਾਡੇ 'ਚ ਅੰਡਰਸਟੈਂਡਿੰਗ ਹੋ ਗਈ। ਬਹਿ ਕੇ ਖਾਣਾ ਛਾਣਾ ਖਾਧਾ। ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਮੇਰੇ ਘਰ ਲਾਜ਼ਮੀ ਚੱਕਰ ਲਾਣਾ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਆਪਣਾ ਮਕਾਨ ਖਰੀਦਿਆ ਹੈ। ਉਹ ਬੜੇ ਹੈਰਾਨ ਹੋਏ। ਉਹਨਾਂ ਆਖਿਆ 4 ਸਾਲ ਤੁਸੀਂ ਆਪਣਾ ਮਕਾਨ ਖਰੀਦ ਲਿਆ, ਬੜੀ ਵੱਡੀ ਗੱਲ ਹੈ। ਉਹਨੇ ਆਖਿਆ ਜਿਹੜੇ ਪੈਸੇ ਨੇ ਮੈਂ ਆਪਣੇ ਕੋਲ ਬਚਾ ਕੇ ਤੇ ਮਕਾਨ ਖਰੀਦਿਆ। ਕਹਿੰਦੇ ਬੜੇ ਖੁਸ਼ ਹੋਏ। ਉਸ ਤੋਂ ਬਾਅਦ ਜਿਸ ਵੇਲੇ ਮੇਰੇ ਘਰ ਆਏ ਨੇ, ਘਰ ਆ ਕੇ ਮੈਂ ਠੀਕ ਠਾਕ ਉਹਨਾਂ ਦੀ ਦਾਵਤ ਕੀਤੀ, ਛੁੱਟੀ ਕਰਕੇ ਤੇ ਮੈਂ ਆਪਣੀ ਸਹੇਲੀ ਵੀ ਬੁਲਾਈ ਸੀ। ਅਸਾਂ ਇਕੱਠਿਆਂ ਖਾਣਾ ਛਾਣਾ ਬਣਾਇਆ ਤੇ ਬੜੀ ਉਹਨਾਂ ਦੀ ਖਿਦਮਤ ਕੀਤੀ। ਕਹਿੰਦਾ ਕਰਦਿਆਂ ਕਰਿਆ ਅਸੀਂ ਇਤਨੇ ਕੁ ਕਲੋਜ਼ ਹੋ ਗਏ ਸਾਂ, ਆਂਟੀ ਰਾਂ ਦੀ ਬਹੁਤ ਜ਼ਿਆਦਾ ਇੱਜ਼ਤ ਮੈਂ ਕਰਨ ਲੱਗ ਪਈ ਸਾਂ। ਜਿਹੜੀ ਗੱਲ ਉਹ ਆਖਦੇ ਸੀ ਮੈਂ ਉਸੇ ਟਾਈਮ ਸੁਣ ਲੈਂਦੀ ਸਾਂ। ਜੇ ਮੇਰੀ ਅੰਮੀ ਨਾਲ ਮੈਂ ਗੱਲ ਕਰਨ ਲੱਗੀ ਹੁੰਦੀ ਸਾਂ, ਨਾਲ ਆਂਟੀ ਨਾਲ ਉਹਨੂੰ ਕਰਾ ਦਿੰਦੀ ਸਾਂ, ਤੇ ਜੇ ਆਂਟੀ ਦੀ ਕਿਸੇ ਨਾਲ ਲੱਗੀ ਹੋਣ ਤੇ ਮੇਰੇ ਨਾਲ ਕਰਾ ਦਿੰਦੇ ਸੀ। ਹਰ ਫੈਮਿਲੀ ਸਾਰੀ ਦਾ ਸਾਨੂੰ ਇੱਕ ਦੂਜੇ ਦਾ ਪਤਾ ਸੀ। ਉਸ ਤੋਂ ਬਾਅਦ ਕਹਿੰਦਾ ਚੰਗਾ ਭਲਾ ਸਿਸਟਮ ਸਾਡਾ ਇੱਕ ਦੂਜੇ ਨਾਲ ਇਸੇ ਤਰ੍ਹਾਂ ਚੱਲਦਾ ਰਿਹਾ। 6 ਕੁ ਮਹੀਨੇ ਗੁਜ਼ਰੇ ਤੇ ਆਂਟੀ ਆਂਦੇ ਨੇ ਕਿ ਇਸ ਤਰ੍ਹਾਂ ਮੇਰੇ ਬੇਟੇ ਦੀ ਸ਼ਾਦੀ ਹੈ ਪਾਕਿਸਤਾਨ, ਤੇ ਤੁਸਾਂ ਜਿਹੜਾ ਲਾਜ਼ਮੀ ਜਿਹੜਾ ਤਿਆਰੀ ਕਰਨੀ ਹੈ, ਤੁਹਾਨੂੰ ਕਿਸੇ ਕਿਸਮ ਦੀ ਗੁੰਜਾਇਸ਼ ਨਹੀਂ ਹੈ। ਕਹਿੰਦਾ ਮੈਂ ਕਿਹਾ ਅੱਛਾ ਚਲੋ ਸਹੀ ਹੈ, ਮੈਂ ਤੇ ਜ਼ਰੂਰ ਆਵਾਂਗੀ। ਕਹਿੰਦੇ ਬਹਰਹਾਲ ਜਿਹੜਾ ਨਾ ਇੱਥੋਂ ਮੈਂ ਫਿਰ ਆਪਣਾ ਸਿਸਟਮ ਬਣਾ ਲਿਆ ਕਿ ਕਿਸ ਤਰੀਕੇ ਨਾਲ ਜਿਹੜਾ ਉਹ ਪਾਕਿਸਤਾਨ ਜਾਣਾ। ਉਹ ਵੀ ਆਪਣੀ ਤਿਆਰੀ ਸ਼ਿਆਰੀ ਕਰ ਬੈਠੇ। ਪਹਿਲਾਂ ਆਂਦੇ ਸੀ ਕਿ ਨਹੀਂ ਇਕੱਠੀ ਟਿਕਟ ਕਰਾਉਂਦੇ ਆ, ਲੇਕਿਨ ਮੈਂ ਜਿਹੜਾ ਉਹ ਆਪਣੀ ਟਿਕਟ ਲਾਦਾ ਕਰਾਈ। ਜਿਸ ਵੇਲੇ ਪਾਕਿਸਤਾਨ ਗਿਆ ਮੈਂ ਆਪਣੀ ਸਾਰੀ ਫੈਮਿਲੀ ਨੂੰ ਕਹਿੰਦੇ ਕੱਪੜੇ ਛਪੜੇ ਲੈ ਕੇ ਦਿੱਤੇ, ਪੂਰੀ ਤਿਆਰੀ ਕੀਤੀ। ਅੱਗੂ ਜਿਹੜਾ ਮੈਂ ਅੰਮੀ ਨੂੰ ਆਖਿਆ ਮੇਰਾ ਦਿਲ ਹੈ ਕਿ ਮੈਂ ਅੰਗੂਠੀ ਵਗੈਰਾ ਸੋਨੇ ਦੀ ਉਹਨਾਂ ਨੂੰ ਪਾਵਾਂ। ਅੰਮੀ ਕਹਿੰਦਾ ਪੁੱਤਰ ਜਿਸ ਤਰ੍ਹਾਂ ਤੇਰੀ ਮਰਜ਼ੀ ਹੈ, ਤੂੰ ਕਮਾਨੀ ਹੈ, ਜਿਸ ਤਰ੍ਹਾਂ ਤੂੰ ਆਖੇਂਗੀ ਅਸੀਂ ਉਸ ਤਰ੍ਹਾਂ ਹੀ ਕਰਦੇ। ਕਹਿੰਦਾ ਫਿਰ ਗਈ ਸੁਨਿਆਰੇ ਕੋਲ ਜਾ ਕੇ ਬੜੀ ਮੋਟੀ ਸੋਨੇ ਦੀ ਅੰਗੂਠੀ ਲਈ। ਉਹ ਜਿਸ ਵੇਲੇ ਉਹਨਾਂ ਦੇ ਘਰ ਅਸੀਂ ਗਏ ਆ, ਸਾਰੀ ਫੈਮਿਲੀ ਭੈਣ ਭਰਾ ਉਹ ਅੱਗੇ ਹੀ ਸਾਡਾ ਇੰਤਜ਼ਾਰ ਕਰ ਰਹੇ ਸੀ। ਕਹਿੰਦੇ ਜਾ ਕੇ ਉੱਥੇ ਮਿਲੇ ਗਿਲੇ ਆ, ਮਿਲ ਗਿਲ ਕੇ ਤੇ ਕਹਿੰਦਾ ਜਿਸ ਵੇਲੇ ਬਰਾਤ ਦਾ ਟਾਈਮ ਸੀ, ਪਹਿਲਾਂ ਅਮੀਰਾਂ ਨੂੰ ਮੈਂ ਬਿਠਾਇਆ ਤੇ ਉਹਨਾਂ ਜਾ ਕੇ ਅੰਗੂਠੀ ਪਵਾਈ। ਜਿਸ ਵੇਲੇ ਅੰਗੂਠੀ ਪਵਾਈ ਸਾਰੀ ਉਹਨਾਂ ਦੀ ਫੈਮਿਲੀ ਨੇ ਤੱਕਿਆ, ਚੰਗੀ ਮੋਟੀ ਅੰਗੂਠੀ ਸੀ। ਕਹਿੰਦਾ ਬਹਰਹਾਲ ਉਹ ਆਂਟੀ ਨੇ ਵੀ ਬੜੇ ਖੁਸ਼ ਹੋਏ ਕਿ ਚਲੋ ਚੰਗੀ ਗੱਲ ਹੈ ਕਿ ਇਤਨੀ ਇੱਜ਼ਤ ਸਾਡੀ ਬਣ ਗਈ ਹੈ। ਕਹਿੰਦਾ ਜਿਸ ਵੇਲੇ ਅਸੀਂ ਸ਼ਾਦੀ ਤੇ ਰਹੇ ਹਾਂ, ਪੂਰਾ ਪ੍ਰੋਟੋਕੋਲ ਦਿੱਤਾ ਨੇ। ਅਸੀਂ ਜਿਹੜਾ ਫਿਰ ਉਹਨਾਂ ਨੂੰ ਆਪਣੇ ਘਰ ਬੁਲਾਇਆ, ਉਹਨਾਂ ਦੀ ਦਾਵਤ ਕੀਤੀ, ਉਹਨਾਂ ਦੇ ਬੇਟੇ ਦੀ ਨਾਲ ਉਹਨਾਂ ਦੀ ਨੂੰਹ ਦੀ। ਕਹਿੰਦਾ ਚੰਗੀ ਭਲੀ ਗੱਲਬਾਤ ਹੋ ਗਈ। ਉਸ ਤੋਂ ਬਾਅਦ ਜਿਸ ਵੇਲੇ ਕਹਿੰਦਾ ਫਿਰ ਅਸੀਂ ਵਾਪਸ ਆ ਗਏ ਹਾਂ। ਵਾਪਸ ਆਉਣ ਤੋਂ ਮਹੀਨੇ ਬਾਅਦ ਪਤਾ ਲੱਗਾ ਕਿ ਉਹ ਜਿਹੜੇ ਮੁੰਡੇ ਦੀ ਸ਼ਾਦੀ ਕੀਤੀ ਸੀ ਨੇ ਉਹਨੂੰ ਤਲਾਕ ਹੋ ਗਈ ਹੈ।
ਤੇ ਉਹ ਕੁੜੀ ਜਿਹੜੀ ਆ ਤਲਾਕ ਲੈ ਕੇ ਤੇ ਉਹ ਟੁਰ ਗਈ ਹੈ। ਮੈਂ ਪੁੱਛਿਆ ਕਿ ਕੀ ਗੱਲ ਬਣ ਗਈ ਹੈ। ਉਹਨਾਂ ਆਖਿਆ ਵੀ ਗੱਲ ਕੀ ਬਣਨੀ ਆ, ਉਹ ਕੁੜੀ ਆਈ ਬੜੀ ਖਰਾਬ ਆਈ, ਉਹ ਕਿਸੇ ਹੋਰ ਨਾਲ ਲੱਗੀ ਸੀ, ਸਾਨੂੰ ਬੜਾ ਨੁਕਸਾਨ ਪਹੁੰਚਾਇਆ, ਸਾਡਾ ਜ਼ੇਵਰ ਵੀ ਸਾਰਾ ਲੈ ਗਈ ਹੈ ਤੇ ਬੜੀ ਫਰਾਡਣ ਨਿਕਲੀ ਹੈ। ਕਹਿੰਦੇ ਮੈਂ ਕਿਹਾ ਇਹ ਤੇ ਬੜਾ ਮਾੜਾ ਹੋਇਆ, ਹੁਣ ਬੰਦਾ ਕਿਹਦੇ ਤੇ ਭਰੋਸਾ ਕਰੇ। ਕਹਿੰਦਾ ਉਹਨਾਂ ਨੂੰ ਪਤਾ ਸੀ ਕਿ ਮੰਮੀ ਤਲਾਕ ਲਈ ਹੈ ਇੱਥੇ ਇੰਗਲੈਂਡ 'ਚ, ਲੇਕਿਨ ਕਹਿੰਦੇ ਜਿਸ ਵੇਲੇ ਅਸੀਂ ਆਪੇ 'ਚ ਗੱਲਬਾਤ ਠੀਕ ਠਾਕ ਸਾਡੀ ਹੋ ਗਈ ਸੀ, ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਮੁੰਡਾ ਤੇ ਵਿਹਲਾ ਹੀ ਸੀ। ਅੱਗੂ ਜਿਸ ਵੇਲੇ ਵੀ ਗੱਲ ਕਰਦੇ ਸੀ ਆਪਣੇ ਮੁੰਡੇ ਨਾਲ ਜਿਹੜਾ ਉਹ ਮੇਰੀ ਗੱਲਬਾਤ ਕਰਾਉਂਦੇ ਸੀ। ਕਹਿੰਦੇ ਗੱਲਬਾਤ ਮੈਂ ਵੀ ਕਰਨ ਲੱਗ ਪਈ ਉਹਨਾਂ ਨਾਲ, ਤੇ ਅੱਗੂ ਆਸਤਾ ਆਸਤਾ ਮੇਰਾ ਵੀ ਦਿਲ ਕੀਤਾ ਕਿ ਚਲੋ ਕਾਫੀ ਅਰਸਾ ਹੋ ਗਿਆ ਇਹਨਾਂ ਨਾਲ ਗੱਲਬਾਤ ਹੈ, ਉਹ ਮੁੰਡੇ ਨੂੰ ਵੀ ਤਲਾਕ ਹੋਈ ਹੈ ਤੇ ਮੈਨੂੰ ਵੀ ਤਲਾਕ ਹੋਈ ਹੈ, ਤੇ ਚਲੋ ਅਸੀਂ ਜਿਹੜਾ ਨਾ ਸ਼ਾਦੀ ਕਰ ਲੈਂਦੇ ਹਾਂ। ਲੇਕਿਨ ਕਹਿੰਦੇ ਆਂਟੀ ਨੇ ਆਪੂ ਮੇਰੀ ਅੰਮੀ ਨਾਲ ਗੱਲ ਕੀਤੀ ਤੇ ਅੰਮੀ ਨੇ ਮੇਰੇ ਨਾਲ ਕੀਤੀ। ਕਹਿੰਦੇ ਮੈਂ ਜ਼ਰਾ ਮਾਸਾ ਵੀ ਇਨਕਾਰ ਕੋ ਨਾ ਕੀਤਾ, ਕਿਉਂਕਿ ਮੁੰਡਾ ਤੇ ਮੈਂ ਦੇਖਿਆ ਸੀ ਹੈ ਬਹੁਤ ਸੋਹਣਾ ਸੀ, ਆਂਟੀ ਦੀ ਵੀ ਆਪੂ ਚੰਗੇ ਸੀ। ਕਹਿੰਦੇ ਮੈਂ ਕਿਹਾ ਅੰਮੀ ਕੋਈ ਮਸਲਾ ਨਹੀਂ, ਮੈਂ ਜਿਹੜਾ ਰਾਜ਼ੀ ਹਾਂ। ਉਹਨਾਂ ਕਿਹਾ ਜੀ ਠੀਕ ਹੈ। ਆਂਟੀ ਬੜੇ ਖੁਸ਼ ਹੋਏ, ਕਹਿੰਦੇ ਮੈਨੂੰ ਕਲਾਵੇ ਮਾਰ ਮਾਰ ਕੇ ਮੇਰਾ ਤੇ ਖਾਬ ਆਇਆ ਕਿ ਤੂੰ ਮੇਰੀ ਧੀ ਬਣੇ। ਕਹਿੰਦੇ ਮੈਂ ਕਿਹਾ ਕੋਈ ਨਹੀਂ ਆਂਟੀ ਜੀ, ਤੁਸੀਂ ਮੇਰੀ ਮਾਵਾਂ ਦੀ ਜਗ੍ਹਾ ਹੋ ਤਾਂ ਹੀ ਮੈਂ ਹਾਮੀ ਭਰੀ ਹੈ। ਕਹਿੰਦੇ ਫਿਰ ਅਸੀਂ ਸਾਰਿਆਂ ਸਲਾਹ ਬਣਾਈ, ਪਾਕਿਸਤਾਨ ਗਏ, ਜਾ ਕੇ ਫਿਰ ਦੁਬਾਰਾ ਧੂਮ-ਧਾਮ ਨਾਲ ਮੇਰੀ ਸ਼ਾਦੀ ਹੋਈ। ਜ਼ਾਰੀ ਗੱਲ ਹੈ ਮੇਰੇ ਕੋਲ ਵੀ ਪੈਸਾ ਠੀਕ ਸੀ, ਜਿਸ ਵੇਲੇ ਕਹਿੰਦੇ ਪਾਕਿਸਤਾਨ ਜਾ ਕੇ ਸ਼ਾਦੀ ਸ਼ੁਦੀ ਹੋ ਗਈ ਹੈ। ਮੈਂ ਤਕਰੀਬਨ ਮਹੀਨਾ ਸਾਰਾ ਰਹੀ ਹਾਂ ਤੇ ਵਾਪਸ ਆ ਗਈ ਹਾਂ। ਜਿਸ ਵੇਲੇ ਵਾਪਸ ਆਈ ਹਾਂ ਤੇ ਮੈਂ ਆਂਟੀ ਨੂੰ ਆਖਿਆ ਕਿ ਮੇਰਾ ਦਿਲ ਹੈ ਕਿ ਮੈਂ ਉਹਨਾਂ ਨੂੰ ਬੁਲਾ ਲਵਾਂ। ਆਂਟੀ ਕਹਿੰਦੇ ਪੁੱਤਰ ਜਿਸ ਤਰ੍ਹਾਂ ਤੇਰੀ ਮਰਜ਼ੀ ਆ, ਹੁਣ ਤੇਰੀ ਸ਼ਾਦੀ ਕਰ ਦਿੱਤੀ ਹੈ, ਜੇ ਤੂੰ ਮੁਨਾਸਬ ਸਮਝਣੀ ਹੈ ਤੇ ਤੂੰ ਉਹਨੂੰ ਇੱਥੇ ਬੁਲਾ ਲੈ। ਕਹਿੰਦੇ ਮੈਂ ਫਿਰ ਉਹਨੂੰ ਵੀਜ਼ਾ ਸ਼ੀਜ਼ਾ ਅਪਲਾਈ ਕੀਤਾ ਤੇ ਇੱਥੇ ਆਪਣੇ ਕੋਲ ਬੁਲਾ ਲਿਆ। ਜਿਸ ਵੇਲੇ ਕੋਲ ਬੁਲਾਇਆ ਤੇ ਉਸ ਤੋਂ ਬਾਅਦ ਜਿਹੜਾ ਉਹ ਅਸੀਂ ਇੱਕੋ ਹੀ ਮਕਾਨ 'ਚ ਰਹਿਣ ਲੱਗ ਪਏ, ਜਿਹਦੇ 'ਚ ਜਿਹੜਾ ਮੈਂ ਖਰੀਦਿਆ ਸੀ। ਕਹਿੰਦੇ ਇਕੱਠਿਆਂ ਅਸੀਂ ਰਹਿੰਦੇ ਸੀ ਤੇ ਆਂਟੀ ਤਕਰੀਬਨ ਰੋਜ਼ਾਨਾ ਸਾਡੇ ਘਰ ਹੀ ਹੁੰਦੇ ਸੀ। ਜ਼ਾਹਰੀ ਗੱਲ ਹੈ ਮੇਰੀ ਹੁਣ ਸੱਸ ਬਣ ਗਏ ਸੀ ਤੇ ਮੈਂ ਹਮੇਸ਼ਾ ਹੀ ਉਹਨਾਂ ਨਾਲ ਹੀ ਰਹਿੰਦੀ ਸਾਂ। ਕਹਿੰਦੇ ਜਿਹੜੀ ਗੱਲ ਉਹ ਆਖਦੇ ਸੀ ਮੈਂ ਉਹ ਹੀ ਕਰਦੀ ਸਾਂ। ਹੋਰ ਛੱਡ ਕੇ ਉਹਨਾਂ ਦੇ ਮੁੰਡੇ ਨੂੰ ਮੈਂ ਆਪਣੇ ਬੈਂਕ ਦੇ ਕਾਰਡ ਆਰ ਸ਼ਹਿ ਦਿੱਤੀ ਸੀ, ਕਾਰ ਮੇਰਾ ਖੁੱਲਾ ਪਿਆ ਸੀ। ਉਹ ਕਹਿੰਦੇ ਕਰਦਿਆਂ ਕਰਾਇਆ ਇਸ ਤਰ੍ਹਾਂ ਜਿਹੜਾ ਆਪੇ ਜਿਹੜਾ ਨਾ ਉਹ ਮੁੰਡਾ ਜਿਹੜਾ ਉਹਨਾਂ ਦਾ ਉਹ ਸਾਰੇ ਪੈਸੇ ਕੱਢ ਕੇ ਜੋ ਖਾਣ ਪੀਣ ਹੈ ਉਹ ਆਪਣੇ ਉਹ ਮਾਂ ਨੂੰ ਦੇਈ ਆਉਂਦਾ ਸੀ, ਉਧਰ ਲਾਈ ਆਉਂਦਾ ਸੀ। ਮੈਨੂੰ ਇਸ ਗੱਲ ਦਾ ਜਿਹੜਾ ਜ਼ਰਾ ਮਾਸਾ ਪਹਿਲਾਂ ਮਹਿਸੂਸ ਨਹੀਂ ਹੋਇਆ। ਫਿਰ ਮੈਂ ਬਾਅਦ ਤੱਕਿਆ ਅਸੀਂ ਤੇ ਦੋ ਬੰਦੇ ਆ, ਇਤਨਾ ਖਰਚਾ ਹੁੰਦਾ ਪਿਆ ਕਿਉਂ ਹੁੰਦਾ ਪਿਆ। ਮੈਂ ਉਹਨੂੰ ਆਖਿਆ ਕਿ ਬਹੁਤ ਜ਼ਿਆਦਾ ਖਰਚਾ ਹੋ ਰਿਹਾ, ਬਹੁਤ ਪੈਸੇ ਲੱਗ ਰਹੇ ਨੇ, ਇਸ ਵਾਸਤੇ ਥੋੜਾ ਹੱਥ ਹੌਲਾ ਰੱਖ। ਕਹਿੰਦੇ ਆਂਟੀ ਮੇਰੇ ਕੋਲ ਆ ਗਏ, ਮੈਨੂੰ ਆ ਕੇ ਆਖਦੇ ਨੇ ਕਿ ਤੂੰ ਇਸ ਤਰ੍ਹਾਂ ਦੀਆਂ ਹੁਣ ਗੱਲਾਂ ਕਰੇਂਗੀ ਸਾਡੇ ਨਾਲ ਖਰਚੇ ਦੀਆਂ, ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਨੇ। ਕਹਿੰਦਾ ਮੈਂ ਕਿਹਾ ਨਹੀਂ ਆਂਟੀ ਮੈਨੂੰ ਨਹੀਂ ਚਾਹੀਦੇ ਪੈਸੇ, ਲੇਕਿਨ ਮੈਂ ਚਾਹੁੰਦੀ ਹਾਂ ਕਿ ਹੁਣ ਸਾਡਾ ਇੱਕ ਘਰ ਹੈ, ਸਿਸਟਮ ਹੈ, ਤੇ ਚਲੋ ਅੱਜ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਚੱਲੇ। ਉਹਨੇ ਆਖਿਆ ਨਹੀਂ ਤੂੰ ਸਾਡੇ ਕੀ ਸਮਝਣੀ, ਅਸੀਂ ਤੇਰਾ ਪੈਸਾ ਖਾਣ ਵਾਲੇ ਹਾਂ। ਕਹਿੰਦੇ ਬਹਰਹਾਲ ਨਾ ਉਹ ਆਂਟੀ ਵਿਗੜ ਗਈ ਮੇਰੇ ਨਾਲ। ਕਹਿੰਦੇ ਜਿਸ ਵੇਲੇ ਵਿਗੜ ਗਈ ਮੈਂ ਢੇਰ ਉਹਨਾਂ ਨੂੰ ਆਖਿਆ, ਲੇਕਿਨ ਉਹ ਕਹਿੰਦੇ ਆਪਣੀ ਲੈਂਡ ਤੇ ਕੋਨ ਆਏ। ਉਸ ਤੋਂ ਬਾਅਦ ਕਹਿੰਦੇ ਉਹਨਾਂ ਆਸਤਾ ਆਸਤਾ ਕਰਦਿਆਂ ਕਰਾਇਆ ਮੇਰੇ ਘਰ ਆਉਣਾ ਛੱਡ ਦਿੱਤਾ। ਮੇਰੇ ਘਰ ਕੋ ਨਹੀਂ ਸੀ ਆਉਂਦੇ, ਮੈਂ ਜਾਣਾ ਉਹਨਾਂ ਦੇ ਘਰ ਤੇ ਉਹਨਾਂ ਅੱਗੋਂ ਮੂੰਹ ਬਣਾ ਲੈਣਾ। 2-3 ਮਹੀਨੇ ਇਸ ਤਰ੍ਹਾਂ ਗੁਜ਼ਰੇ ਤੇ ਮੈਂ ਫਿਰ ਛੱਡ ਦਿੱਤਾ ਬਿਲਕੁਲ ਹੀ ਉਹਨਾਂ ਨੂੰ ਬੁਲਾਣਾ ਚਲਾਣਾ। ਤੇ ਉਹਨਾਂ ਦਾ ਮੁੰਡਾ ਜਿਹੜਾ ਉਹ ਵੀ ਆਪਣੀ ਮਾਂ ਦੇ ਘਰ ਉੱਥੇ ਟੁਰ ਜਾਂਦਾ ਸੀ, ਮੇਰੇ ਹਾਲ ਨਹੀਂ ਸੀ ਰਹਿੰਦਾ। ਅੱਗੋਂ ਕਹਿੰਦੇ ਕਰਦਿਆਂ ਜਿਸ ਵੇਲੇ ਮੈਨੂੰ ਸਮਝ ਆਈ ਕਿ ਇਹ ਜਿਹੜਾ ਕੰਮ ਵਧੀ ਜਾ ਰਿਹਾ, ਮੈਂ ਉਹਨੂੰ ਬਿਠਾ ਕੇ ਇੱਕੋ ਗੱਲ ਕੀਤੀ ਕਿ ਮੈਂ ਪਹਿਲਾਂ ਵੀ ਜਿਹੜਾ ਇਸ ਤਰ੍ਹਾਂ ਹੀ ਮੇਰੀ ਤਲਾਕ ਹੋਈ ਆ, ਕਿਉਂਕਿ ਉਹ ਮੇਰੇ ਨਾਲ ਜ਼ਿਆਦਤੀ ਕਰਦੇ ਸੀ। ਤੇ ਤੁਸੀਂ ਮੇਰੇ ਨਾਲ ਜ਼ਿਆਦਤੀ ਨਾ ਕਰੋ, ਮੇਰੇ ਨਾਲ ਇੱਥੇ ਰਹੋ, ਕੰਮ ਕਰੋ ਤੇ ਅਸੀਂ ਦੋਵੇਂ ਮੀਆਂ ਬੀਵੀ ਚੰਗਾ ਭਲਾ ਸੈੱਟ ਹੋ ਸਕਨੇ ਆ। ਕਹਿੰਦੇ ਉਹਨੇ ਆਖਿਆ ਜਾ ਤੂੰ ਆਪਣਾ ਕੰਮ ਕਰ, ਜੇ ਤੂੰ ਮੇਰੀ ਮਾਂ ਦੀ ਇੱਜ਼ਤ ਨਹੀਂ ਕਰਨੀ ਪੈਸੇ ਵਾਸਤੇ ਤੇ ਮੈਂ ਤੇਰੇ ਨਾਲ ਕਿਉਂ ਰਹਿਣਾ। ਕਹਿੰਦੇ ਸਿਰ ਮੈਂ ਸੋਰੀ ਕੀਤੀ, ਮਾਜ਼ਰਤ ਕੀਤੀ ਕਿ ਆਇੰਦਾ ਤੂੰ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗੀ, ਅਗਰ ਤੁਹਾਨੂੰ ਬੁਰੀ ਲੱਗੀ ਹੈ ਜੋ ਦਿਲ ਕਰਦਾ ਹੈ ਪੇ ਕਰੋ। ਲੇਕਿਨ ਕਹਿੰਦਾ ਉਹ ਫੇਰ ਵੀ ਇਸ ਗੱਲ ਤੇ ਕੋਨ ਆਏ, ਇਤਨੇ ਕੁ ਊੜੀ ਹੋ ਕੇ ਮੈਨੂੰ ਤੇ ਸਮਝ ਨਹੀਂ ਸੀ ਆ ਰਹੀ ਕਿ ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਸੀ ਜਾਂ ਕਿ ਮੈਨੂੰ ਤਾਕ ਕੇ ਤੇ ਇਸ ਤਰ੍ਹਾਂ ਸੈਟਿੰਗ ਕਰਨਾ ਚਾਹੁੰਦੇ ਸੀ। ਲੇਕਿਨ ਮੈਂ ਅੰਮੀ ਨਾਲ ਗੱਲ ਕੀਤੀ, ਇਹ ਤੇ ਬੜੇ ਵਿਗੜੇ ਪਏ ਨੇ। ਲੇਕਿਨ ਅੰਮੀ ਕਹਿੰਦਾ ਪੁੱਤਰ ਦੇਖ ਲੈ ਜੋ ਵੀ ਹੈ। ਕਹਿੰਦਾ ਉਸ ਮੁੰਡੇ ਨੇ ਆਖਿਆ ਮੈਂ ਤੇਰੇ ਕੋਲੋਂ ਤਲਾਕ ਲੈਣੀ ਹੈ ਤੇ ਮੈਂ ਤੇਰੇ ਨਾਲ ਨਹੀਂ ਰਹਿਣਾ। ਕਹਿੰਦੇ ਉਹਨੇ ਅੱਗੋਂ ਢੇਰ ਆਖਿਆ ਤਲਾਕ ਲੈਣੀ, ਮੈਂ ਅੱਗੋਂ ਮਨਾ ਕਰਾਂ ਕਿ ਮੈਂ ਤਲਾਕ ਨਹੀਂ ਲੈਣੀ। ਲੇਕਿਨ ਕਹਿੰਦੇ ਬਹਰਹਾਲ ਸਾਡੀ ਤਲਾਕ ਹੋ ਗਈ। ਉਸ ਤੋਂ ਬਾਅਦ ਤਲਾਕ ਹੋਈ ਤੇ ਕਹਿੰਦੇ ਚੰਗਾ ਭਲਾ ਮੇਰਾ ਨੁਕਸਾਨ ਹੋ ਗਿਆ, ਪੈਸੇ ਦਾ ਵੀ ਮਕਾਨ ਦਾ ਵੀ ਸਾਰਾ ਕੁਝ ਜਿਹੜਾ ਸਮਝੋ ਕਿ ਜ਼ੀਰੋ ਤੋਂ ਫਿਰ ਮੈਨੂੰ ਸ਼ੁਰੂ ਕਰਨਾ ਪਿਆ। ਮੈਂ ਤੇ ਇਹ ਹੀ ਸੋਚਿਆ ਸੀ ਕਿ ਇਹਦੇ ਨਾਲ ਰਵਾਂਗੀ, ਸਾਰੀ ਜ਼ਿੰਦਗੀ ਗੁਜ਼ਾਰਾਂਗੀ, ਜੋ ਕੁਝ ਮੇਰਾ ਇਹਨਾਂ ਦਾ। ਲੇਕਿਨ ਇਹਨਾਂ ਨੇ ਮੇਰੇ ਨਾਲ ਬੜੀ ਜ਼ਿਆਦਤੀ ਕੀਤੀ, ਆਪਣਾ ਮੁੰਡਾ ਮੰਗਾ ਕੇ ਤੇ ਜੋ ਕੁਝ ਮੇਰੇ ਕੋਲ ਹੈ ਸੀ ਕਢਾ ਲਿਆ। ਮੈਂ ਤੇ ਇਸ ਤਰ੍ਹਾਂ ਦੇ ਬੰਦਿਆਂ ਤੇ ਭਰੋਸਾ ਨਹੀਂ ਕਰਦੀ। ਅੱਗੋਂ ਸੋਚਿਆ ਸਾਰੀ ਜ਼ਿੰਦਗੀ ਕਿ ਮੈਂ ਸ਼ਾਦੀ ਨਹੀਂ ਕਰਨੀ, ਕਿਉਂਕਿ ਸ਼ਾਦੀ ਕਰਕੇ ਮੈਨੂੰ ਕੁਝ ਹਾਸਲ ਨਹੀਂ ਹੋਇਆ। ਇਹ ਇੱਕ ਕੁੜੀ ਦੀ ਸਟੋਰੀ ਹੈ ਜਿਹੜੀ ਇੰਗਲੈਂਡ 'ਚ ਟੈਕਸੀ ਚਲਾਉਂਦੀ ਹੈ। ਕੋਸ਼ਿਸ਼ ਕਰਿਆ ਕਰੋ, ਅਗਰ ਮੇਰੀ ਵੀਡੀਓ ਅੱਛੀ ਲੱਗੇ ਤਾਂ ਲਾਈਕ